ਸਤਿ ਸ਼੍ਰੀ ਅਕਾਲ। ਤੁਸੀਂ ਦੇਖ ਰਹੇ ਹੋ ਪੰਜਾਬ ਮੇਲ USA TV। ਮੈਂ ਹਾਂ ਵਰੁਣ ਕੌਰ ਮਾਨ। ਖਬਰਾਂ ਦੇ ਬੁਲੇਟਿਨ ਵਿੱਚ ਤੁਹਾਡਾ ਸਵਾਗਤ। ਖਬਰਾਂ ਦੇ ਬੁਲੇਟਿਨ ਦੇ ਸਪਾਂਸਰ ਰੀਅਲ ਐਸਟੇਟ ਬ੍ਰੋਕਰ ਮੋਹਨ ਚੀਮਾ। ਰੀਅਲ ਐਸਟੇਟ ਦੀ ਦੁਨੀਆ 'ਚ ਬਣਿਆ ਪ੍ਰਮੰਨਿਆ ਨਾਮ। ਪੇਸ਼ ਨੇ ਪਹਿਲਾਂ ਚੋਣਵੀਆਂ ਖਬਰਾਂ। ਭਾਰਤ 15 ਅਕਤੂਬਰ ਤੋਂ ਸੈਰ ਸਪਾਟੇ ਲਈ ਦੁਬਾਰਾ ਖੁੱਲ੍ਹ ਜਾਵੇਗਾ। ਯਾਤਰਾ ਪਾਬੰਦੀਆਂ ਦੀ ਆੜ ਵਿੱਚ ਅਮਰੀਕਾ ਵੀਜ਼ੇ ਤੇ ਨਹੀਂ ਲਾ ਸਕਦਾ ਰੋਕ, ਅਦਾਲਤ। ਕੋਵਿਸ਼ੀਲਡ ਲਗਵਾਉਣ ਵਾਲੇ ਭਾਰਤੀਆਂ ਨੂੰ 11 ਅਕਤੂਬਰ ਤੋਂ ਇੰਗਲੈਂਡ ਜਾਣ ਤੇ ਕੁਆਰੰਟਾਈਨ ਨਹੀਂ ਹੋਣਾ ਪਏਗਾ। ਯੂਕੇ ਨੇ 32 ਦੇਸ਼ਾਂ ਦੀ ਯਾਤਰਾ ਲਈ ਕੋਵਿਡ ਪਾਬੰਦੀ ਹਟਾਈ, ਭਾਰਤ ਨਹੀਂ ਸ਼ਾਮਲ। ਅਮਰੀਕਾ ਤੇ ਚੀਨ ਵਿਚਾਲੇ ਹੋਵੇਗੀ ਆਨਲਾਈਨ ਸਿਖਰ ਬੈਠਕ। ਵੱਧਦੀਆਂ ਚੁਣੌਤੀਆਂ ਦਰਮਿਆਨ ਚੀਨ ਤੇ ਕਾਰਜਕਾਰੀ ਸਮੂਹ ਦਾ ਗਠਨ ਕਰੇਗੀ CIA। ਭਾਰਤ ਤੇ ਚੀਨ ਦੇ ਸੈਨਿਕਾਂ ਵਿਚਕਾਰ ਮੁੜ ਹੋਈ ਝੜਪ। ਤੇ ਹੁਣ ਇਹਨਾਂ ਖਬਰਾਂ ਦਾ ਵਿਸਥਾਰ। ਭਾਰਤ 15 ਅਕਤੂਬਰ ਤੋਂ ਸੈਰ ਸਪਾਟੇ ਲਈ ਦੁਬਾਰਾ ਖੁੱਲ੍ਹ ਜਾਵੇਗਾ। ਸਰਕਾਰ ਨੇ ਕਿਹਾ, ਕਰੋਨਾ ਵਾਇਰਸ ਮਹਾਮਾਰੀ ਕਾਰਨ 1 ਸਾਲ ਤੋਂ ਵੱਧ ਸਮੇਂ ਦੇ ਬੰਦ ਹੋਣ ਤੋਂ ਬਾਅਦ ਵਿਦੇਸ਼ੀ ਨਾਗਰਿਕ ਮਾਰਚ 2020 ਤੋਂ ਬਾਅਦ ਪਹਿਲੀ ਵਾਰ ਵੀਜ਼ਾ ਲਈ ਅਰਜ਼ੀ ਦੇ ਸਕਣਗੇ। ਜਦੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸਰਕਾਰ ਨੇ ਮਹਾਮਾਰੀ ਦੇ ਜਵਾਬ ਵਿੱਚ ਸਖਤ ਤਾਲਾਬੰਦੀ ਲਾਗੂ ਕੀਤੀ ਸੀ। ਗ੍ਰਹਿ ਮੰਤਰਾਲੇ ਨੇ ਵੀਰਵਾਰ ਨੂੰ ਇੱਕ ਬਿਆਨ ਵਿੱਚ ਕਿਹਾ, ਵੱਖ-ਵੱਖ ਜਾਣਕਾਰੀ ਤੇ ਵਿਚਾਰ ਕਰਨ ਤੋਂ ਬਾਅਦ MHA ਨੇ 15 ਅਕਤੂਬਰ 2021 ਤੋਂ ਚਾਰਟਰਡ ਉਡਾਣਾਂ ਰਾਹੀਂ ਭਾਰਤ ਆਉਣ ਵਾਲੇ ਵਿਦੇਸ਼ੀ ਲੋਕਾਂ ਨੂੰ ਤਾਜ਼ਾ ਟੂਰਿਸਟ ਵੀਜ਼ਾ ਦੇਣਾ ਸ਼ੁਰੂ ਕਰਨ ਦਾ ਫੈਸਲਾ ਕੀਤਾ ਹੈ। ਅੱਗੇ ਕਿਹਾ ਗਿਆ ਹੈ ਕਿ ਵਪਾਰਕ ਉਡਾਣਾਂ ਰਾਹੀਂ ਭਾਰਤ ਦੀ ਯਾਤਰਾ ਕਰਨ ਵਾਲੇ ਵਿਦੇਸ਼ੀ 15 ਨਵੰਬਰ 2021 ਤੋਂ ਨਵੇਂ ਸੈਰ ਸਪਾਟੇ ਵਾਲੇ ਵੀਜ਼ੇ ਤੇ ਦਾਖਲ ਹੋ ਸਕਣਗੇ। ਏਸ਼ੀਆ ਦੀ ਤੀਜੀ ਸਭ ਤੋਂ ਵੱਡੀ ਅਰਥ ਵਿਵਸਥਾ ਲਈ ਸੈਰ ਸਪਾਟਾ ਇੱਕ ਮਹੱਤਵਪੂਰਨ ਖੇਤਰ ਹੈ। ਦੇਸ਼ ਵਿੱਚ 2019 ਵਿੱਚ 10.93 ਮਿਲੀਅਨ ਸੈਲਾਨੀਆਂ ਦੀ ਆਮਦ ਹੋਈ। ਸਰਕਾਰੀ ਅੰਕੜਿਆਂ ਅਨੁਸਾਰ ਵਿਦੇਸ਼ੀ ਵੀਜ਼ਾ ਦੀਆਂ ਜ਼ਿਆਦਾਤਰ ਸ਼੍ਰੇਣੀਆਂ ਜਿਵੇਂ ਕੂਟਨੀਤਿਕਾਂ ਅਤੇ ਕਾਰੋਬਾਰੀ ਲੋਕਾਂ ਤੇ ਪਾਬੰਦੀਆਂ ਹੌਲੀ-ਹੌਲੀ ਹਟਾ ਦਿੱਤੀਆਂ ਗਈਆਂ ਸਨ, ਪਰ ਜ਼ਿਆਦਾਤਰ ਆਰਥਿਕ ਗਤੀਵਿਧੀਆਂ ਦੁਬਾਰਾ ਸ਼ੁਰੂ ਹੋਣ ਦੇ ਬਾਵਜੂਦ ਸੈਲਾਨੀਆਂ ਤੇ ਰੋਕ ਲੱਗ ਰਹੀ। ਅਮਰੀਕਾ ਦੇ ਇੱਕ ਜੱਜ ਨੇ ਕਿਹਾ ਕਿ ਕਰੋਨਾ ਨੂੰ ਫੈਲਣ ਤੋਂ ਰੋਕਣ ਲਈ ਵਿਦੇਸ਼ ਮੰਤਰਾਲਾ ਵੱਲੋਂ ਯਾਤਰਾ ਤੇ ਲਾਈ ਗਈ ਪਾਬੰਦੀ ਦੀ ਵਰਤੋਂ ਭਾਰਤੀ ਤਕਨੀਕੀ ਪੇਸ਼ੇਵਰਾਂ ਸਮੇਤ ਉਹਨਾਂ ਲੋਕਾਂ ਨੂੰ ਵੀਜ਼ਾ ਦੀ ਮਨਾਹੀ ਲਈ ਨਹੀਂ ਕੀਤੀ ਜਾ ਸਕਦੀ ਜੋ ਯਾਤਰਾ ਕਰਨ ਦੇ ਯੋਗ ਹਨ। ਅਮਰੀਕਨ ਇਮੀਗ੍ਰੇਸ਼ਨ ਲਾਇਰਸ ਐਸੋਸੀਏਸ਼ਨ ਦੇ ਸਮਰਥਨ ਨਾਲ ਇਮੀਗ੍ਰੇਸ਼ਨ ਕਾਨੂੰਨ ਕੰਪਨੀਆਂ ਦੇ ਇੱਕ ਸਮੂਹ ਅਤੇ ਕੁਝ ਲੋਕਾਂ ਵੱਲੋਂ ਅਦਾਲਤ ਵਿੱਚ ਦਾਇਰ ਪਟੀਸ਼ਨ ਤੇ ਇਹ ਫੈਸਲਾ ਆਇਆ ਹੈ। ਪਟੀਸ਼ਨ ਦਾਇਰ ਕਰਨ ਵਾਲੇ ਇੱਕ ਵਕੀਲ ਨੇ ਟਵੀਟ ਕੀਤਾ ਕਿ ਪਟੀਸ਼ਨ ਵਿੱਚ ਕਿਹਾ ਗਿਆ ਹੈ ਕਿ ਯਾਤਰਾ ਤੇ ਪਾਬੰਦੀ ਦਾ ਮਤਲਬ ਵੀਜ਼ਾ ਤੇ ਪਾਬੰਦੀ ਨਹੀਂ ਹੈ। ਹੁਕਮ ਵਿੱਚ ਕਿਹਾ ਗਿਆ ਹੈ ਕਿ ਕੋਵਿਡ-19 ਦੀ ਲਾਗ ਨੂੰ ਫੈਲਣ ਤੋਂ ਰੋਕਣ ਲਈ ਵਿਦੇਸ਼ ਮੰਤਰਾਲੇ ਵੱਲੋਂ ਇਹਨਾਂ ਯਾਤਰਾ ਪਾਬੰਦੀਆਂ ਦੀ ਵਰਤੋਂ ਵੀਜ਼ਾ ਯੋਗ ਯਾਤਰੀਆਂ ਦੀ ਵੀਜ਼ਾ ਪ੍ਰਕਿਰਿਆ ਨੂੰ ਰੋਕਣ ਲਈ ਗੈਰ ਕਾਨੂੰਨੀ ਹੈ। ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਅਤੇ ਉਹਨਾਂ ਤੋਂ ਬਾਅਦ ਆਏ ਬਾਈਡਨ ਪ੍ਰਸ਼ਾਸਨ ਨੇ ਮਹਾਮਾਰੀ ਨੂੰ ਰੋਕਣ ਦੇ ਉਦੇਸ਼ ਨਾਲ ਉਕਤ ਯਾਤਰਾ ਪਾਬੰਦੀਆਂ ਲਗਾਈਆਂ। ਸੰਘੀ ਜੱਜ ਜੇਮਸ ਬੋਸਵਰਕ ਨੇ ਦੂਜੇ ਦੇਸ਼ਾਂ ਤੋਂ ਆਉਣ ਵਾਲੇ ਯਾਤਰੀਆਂ ਨੂੰ ਵੀਜ਼ਾ ਜਾਰੀ ਨਾ ਕਰਨ ਤੇ ਵਿਦੇਸ਼ ਵਿਭਾਗ ਦੇ ਨਿਯਮ ਤੇ ਰੋਕ ਲਾ ਦਿੱਤੀ। ਭਾਰਤ ਅਤੇ ਇੰਗਲੈਂਡ ਦੇ ਵਿਚਕਾਰ ਕੁਆਰੰਟਾਈਨ ਨਿਯਮਾਂ ਨੂੰ ਲੈ ਕੇ ਚੱਲ ਰਿਹਾ ਤਣਾਅ ਖਤਮ ਹੋ ਗਿਆ। ਭਾਰਤ ਵਿੱਚ ਬਰਤਾਨੀਆ ਦੇ ਹਾਈ ਕਮਿਸ਼ਨਰ ਨੇ ਕਿਹਾ ਕਿ ਭਾਰਤ ਤੋਂ ਬ੍ਰਿਟੇਨ ਜਾਣ ਵਾਲੇ ਲੋਕਾਂ ਨੂੰ 11 ਅਕਤੂਬਰ ਨੂੰ ਉੱਥੇ ਕੁਆਰੰਟਾਈਨ ਵਿੱਚ ਨਹੀਂ ਰਹਿਣਾ ਹੋਏਗਾ। ਹਾਲਾਂਕਿ ਇਹਨਾਂ ਲੋਕਾਂ ਨੂੰ ਕੋਵਿਸ਼ੀਲਡ ਜਾਂ ਕਿਸੇ ਦੂਜੇ ਬ੍ਰਾਂਡ ਤੋਂ ਜਿਸ ਨੂੰ ਬ੍ਰਿਟੇਨ ਨੇ ਅਪਰੂਵ ਕੀਤਾ ਹੋਵੇ ਵੈਕਸੀਨੇਟਡ ਹੋਣਾ ਜ਼ਰੂਰੀ ਹੋਵੇਗਾ। ਇਸ ਤੋਂ ਪਹਿਲਾਂ ਬਰਤਾਨੀਆ ਸਰਕਾਰ ਨੇ ਕਿਹਾ ਸੀ ਕਿ ਜੋ ਲੋਕ ਭਾਰਤ ਤੋਂ ਬਰਤਾਨੀਆ ਆ ਰਹੇ ਹਨ ਅਤੇ ਉਹਨਾਂ ਨੇ ਕਰੋਨਾ ਵੈਕਸੀਨ ਦੀ ਦੋਵੇਂ ਡੋਜ਼ ਲਈ ਹੋਣ ਤਦ ਵੀ ਉਹਨਾਂ ਨੂੰ ਵੈਕਸੀਨ ਨਾ ਲੈਣ ਵਾਲਿਆਂ ਦੀ ਤਰ੍ਹਾਂ 10 ਦਿਨ ਕੁਆਰੰਟਾਈਨ ਹੋਣਾ ਪਏਗਾ ਤੇ ਟੈਸਟ ਕਰਵਾਉਣੇ ਹੋਣਗੇ। ਇਸ ਕਦਮ ਦੀ ਭਾਰਤ ਵਿੱਚ ਕਾਫੀ ਆਲੋਚਨਾ ਹੋਈ ਸੀ। ਭਾਰਤ ਨੇ ਵੀ ਇਸ ਦੇ ਜਵਾਬ ਵਿੱਚ ਬ੍ਰਿਟੇਨ ਤੋਂ ਆਉਣ ਵਾਲਿਆਂ ਲਈ 10 ਦਿਨ ਦਾ ਕੁਆਰੰਟਾਈਨ ਅਤੇ ਕਰੋਨਾ ਟੈਸਟ ਜ਼ਰੂਰੀ ਕਰ ਦਿੱਤਾ ਸੀ। 24 ਸਤੰਬਰ ਨੂੰ ਭਾਰਤ ਸਰਕਾਰ ਨੇ ਕਿਹਾ ਸੀ ਕਿ ਅਸੀਂ ਬ੍ਰਿਟੇਨ ਨੂੰ ਉਸਦੇ ਅੰਦਾਜ਼ ਵਿੱਚ ਜਵਾਬ ਦੇ ਸਕਦੇ ਹਾਂ। ਕੇਂਦਰੀ ਸਿਹਤ ਸਕੱਤਰ ਰਾਜੇਸ਼ ਭੂਸ਼ਣ ਨੇ ਦੱਸਿਆ ਸੀ ਕਿ ਦੋਵੇਂ ਦੇਸ਼ਾਂ ਦੀ ਸਰਕਾਰਾਂ ਆਪਸ ਵਿੱਚ ਗੱਲ ਕਰ ਰਹੀਆਂ ਹਨ। ਉਹਨਾਂ ਨੇ ਭਾਰਤੀ ਯਾਤਰੀਆਂ ਤੇ ਲੱਗੀ ਪਾਬੰਦੀਆਂ ਨੂੰ ਭੇਦਭਾਵਪੂਰਨ ਦੱਸਿਆ ਸੀ। ਭਾਰਤੀ ਯਾਤਰੀਆਂ ਤੇ ਬ੍ਰਿਟੇਨ ਵਿੱਚ ਜਾਰੀ ਕਰੋਨਾ ਪਾਬੰਦੀਆਂ ਦਾ ਭਾਰਤ ਨੇ ਵੀ ਕਰਾਰਾ ਜਵਾਬ ਦਿੱਤਾ। ਨਵੇਂ ਨਿਯਮਾਂ ਮੁਤਾਬਕ ਬ੍ਰਿਟੇਨ ਤੋਂ ਆਉਣ ਵਾਲੇ ਯਾਤਰੀਆਂ ਨੂੰ ਭਾਰਤ ਵਿੱਚ 10 ਦਿਨ ਆਈਸੋਲੇਟ ਹੋਣਾ ਪਏਗਾ। ਸਰਕਾਰ ਨੇ 1 ਅਕਤੂਬਰ ਨੂੰ ਇਹ ਆਦੇਸ਼ ਜਾਰੀ ਕੀਤਾ।
ਇਸ ਤੋਂ ਇਲਾਵਾ ਯੂਕੇ ਦੇ ਲੋਕਾਂ ਨੂੰ RT-PCR ਟੈਸਟ ਵੀ ਕਰਾਉਣਾ ਜ਼ਰੂਰੀ ਕਰ ਦਿੱਤਾ ਗਿਆ ਹੈ। ਆਦੇਸ਼ ਜਾਰੀ ਹੋਣ ਦੇ ਕੁਝ ਸਮੇਂ ਬਾਅਦ ਹੀ ਬ੍ਰਿਟੇਨ ਨੇ ਇਸ ਤੇ ਆਪਣੀ ਪ੍ਰਤੀਕਿਰਿਆ ਦਿੱਤੀ। ਭਾਰਤ ਵਿੱਚ ਬਰਤਾਨਵੀ ਹਾਈ ਕਮਿਸ਼ਨ ਦੇ ਬੁਲਾਰੇ ਨੇ ਕਿਹਾ ਕਿ ਬ੍ਰਿਟੇਨ ਸਰਕਾਰ ਭਾਰਤ ਵਿੱਚ ਲੱਗੀ ਵੈਕਸੀਨ ਨੂੰ ਮਾਨਤਾ ਦੇਣ ਦੇ ਤਕਨੀਕੀ ਪਹਿਲੂਆਂ ਤੇ ਭਾਰਤ ਸਰਕਾਰ ਨਾਲ ਗੱਲਬਾਤ ਕਰ ਰਹੀ ਹੈ। यूके सरकार ने बांग्लादेश ਅਤੇ ਮਲੇਸ਼ੀਆ ਸਮੇਤ 32 ਦੇਸ਼ਾਂ ਤੋਂ ਕੋਵਿਡ-19 ਸੰਬੰਧੀ ਪਾਬੰਦੀ ਹਟਾਉਂਦੇ ਹੋਏ ਜਨਤਕ ਸਿਹਤ ਆਧਾਰ ਤੇ ਜ਼ਰੂਰੀ ਯਾਤਰਾ ਨੂੰ ਛੱਡ ਕੇ ਸਾਰੀਆਂ ਯਾਤਰਾਵਾਂ ਨੂੰ ਲੈ ਕੇ ਆਪਣੀਆਂ ਸਲਾਹਾਂ ਵਿੱਚ ਤਬਦੀਲੀ ਕੀਤੀ। ਭਾਰਤ ਪੂਰਨ ਯਾਤਰਾ ਪਾਬੰਦੀ ਵਾਲੇ ਇਨ੍ਹਾਂ ਦੇਸ਼ਾਂ ਦੀ ਸੂਚੀ ਵਿੱਚ ਸ਼ਾਮਲ ਨਹੀਂ ਹੈ। ਇਸ ਨਾਲ ਯਾਤਰੀਆਂ ਦੀ ਯਾਤਰਾ ਬੀਮਾ ਤੱਕ ਪਹੁੰਚਣ ਦੀ ਸਮਰੱਥਾ ਨੂੰ ਪ੍ਰਭਾਵਿਤ ਹੁੰਦੀ ਹੈ। यूके विदेश राष्ट्रमंडल ਅਤੇ विकास दफ्तर ने कहा कि बदलाव का मतलब है कि लोग बहुत आसानी नाल वड्डी गिणती विच इन्हां देशां दी यात्रा कर सकणगे। बरतानिया दी विदेश मंत्री लिज ट्रस ने कहा कि इन्हां नियमां विच बदलाव नाल ब्रिटेन भर च यात्रा करनी आसान हो जाएगी। अमेरिकी राष्ट्रपति जो बाइडन ਅਤੇ ਉਹਨਾਂ ਦੇ ਚੀਨੀ ਹਮਰੁਤਬਾ ਸ਼ੀ ਜਿਨਪਿੰਗ ਇਸ ਸਾਲ ਦੇ ਅੰਤ ਤੋਂ ਪਹਿਲਾਂ ਆਨਲਾਈਨ ਸਿਖਰ ਬੈਠਕ ਕਰਨਗੇ। ਦੋਹਾਂ ਨੇਤਾਵਾਂ ਵਿਚਾਲੇ ਮੁਲਾਕਾਤ ਅਜਿਹੇ ਸਮੇਂ ਹੋਣ ਜਾ ਰਹੀ ਜਦੋਂ ਵਪਾਰ, ਮਨੁੱਖੀ ਅਧਿਕਾਰ, ਦੱਖਣੀ ਚੀਨ ਸਾਗਰ ਅਤੇ ਤਾਇਵਾਨ ਨੂੰ ਲੈ ਕੇ ਦੋਹਾਂ ਦੇਸ਼ਾਂ ਵਿਚਾਲੇ ਦੁਬੱਲੇ ਸੰਬੰਧ ਬਹੁਤ ਤਣਾਅਪੂਰਨ ਹਨ। ਵਾਈਟ ਹਾਊਸ ਨੇ ਬੁੱਧਵਾਰ ਨੂੰ ਅਮਰੀਕਾ ਦੇ ਰਾਸ਼ਟਰੀ ਸੁਰੱਖਿਆ ਸਲਾਹਕਾਰ ਜੈਕ ਸੁਲੀਵਨ ਅਤੇ ਚੀਨੀ ਕਮਿਊਨਿਸਟ ਪਾਰਟੀ ਦੇ ਪੋਲਿਟ ਬਿਊਰੋ ਮੈਂਬਰ ਅਤੇ ਵਿਦੇਸ਼ ਮਾਮਲਿਆਂ ਦੇ ਦਫ਼ਤਰ ਦੇ ਨਿਰਦੇਸ਼ਕ ਜਾਂਗ ਜੀਚੀ ਵਿਚਕਾਰ ਜ਼ਿਊਰਿਖ 'ਚ ਲਗਭਗ 6 ਘੰਟਿਆਂ ਦੀ ਮੀਟਿੰਗ ਤੋਂ ਬਾਅਦ ਇਹ ਆਲੋਚਨਾ ਕੀਤੀ। ਵਾਈਟ ਹਾਊਸ ਵੱਲੋਂ ਦੋਵਾਂ ਦੇਸ਼ਾਂ ਦੇ ਪ੍ਰਮੁੱਖ ਨੇਤਾਵਾਂ ਦੀ ਮੁਲਾਕਾਤ ਦਾ ਐਲਾਨ ਅਜਿਹੇ ਸਮੇਂ ਆਇਆ ਜਦੋਂ ਅਮਰੀਕੀ ਰਾਸ਼ਟਰਪਤੀ ਜੋ ਬਾਈਡਨ ਦੀ ਅਗਵਾਈ ਵਾਲੇ ਪ੍ਰਸ਼ਾਸਨ ਨੇ ਬੀਜਿੰਗ ਤੋਂ ਤਾਇਵਾਨ ਤੇ ਫੌਜੀ ਦਬਾਅ ਪਾਉਣ ਅਤੇ ਵਪਾਰਕ ਵਚਨਬੱਧਤਾਵਾਂ ਦੀ ਪਾਲਣਾ ਕਰਨ ਦੀਆਂ ਕੋਸ਼ਿਸ਼ਾਂ ਨੂੰ ਖਤਮ ਕਰਨ ਦੀ ਮੰਗ ਕੀਤੀ ਹੈ। ਪਿਛਲੇ ਕਈ ਦਿਨਾਂ ਤੋਂ ਚੀਨ ਨੇ ਲਗਭਗ 150 ਜੰਗੀ ਜਹਾਜ਼ ਤਾਇਵਾਨ ਦੇ ਹਵਾਈ ਰੱਖਿਆ ਖੇਤਰ 'ਚ ਭੇਜੇ, ਜਿਸ ਤੋਂ ਬਾਅਦ ਬਾਈਡਨ ਪ੍ਰਸ਼ਾਸਨ ਨੇ ਬੀਜਿੰਗ ਨੂੰ ਚੇਤਾਵਨੀ ਦਿੱਤੀ। ਵਾਈਟ ਹਾਊਸ ਦੇ ਇੱਕ ਬਿਆਨ ਵਿੱਚ ਕਿਹਾ ਗਿਆ ਹੈ ਕਿ ਲਗਭਗ 6 ਘੰਟਿਆਂ ਦੀ ਬੈਠਕ ਦੌਰਾਨ ਸੁਲੀਵਨ ਨੇ ਉਹਨਾਂ ਖੇਤਰਾਂ ਬਾਰੇ ਵਿਚਾਰ ਵਟਾਂਦਰਾ ਕੀਤਾ ਜਿੱਥੇ ਅਮਰੀਕਾ ਅਤੇ ਚੀਨ ਅੰਤਰਰਾਸ਼ਟਰੀ ਚੁਣੌਤੀਆਂ ਨਾਲ ਨਜਿੱਠਣ ਲਈ ਮਿਲ ਕੇ ਕੰਮ ਕਰ ਸਕਦੇ ਨੇ ਅਤੇ ਸੰਬੰਧਾਂ ਵਿੱਚ ਜ਼ੋਖਿਮਾਂ ਨਾਲ ਨਜਿੱਠਣ ਦਾ ਰਸਤਾ ਲੱਭ ਸਕਦੇ ਹਨ। ਉੱਥੇ ਹੀ ਸੁਲੀਵਨ ਨੇ ਕਈ ਅਜਿਹੇ ਖੇਤਰਾਂ ਦੇ ਵੀ ਮੁੱਦੇ ਉਠਾਏ ਜਿੱਥੇ ਅਮਰੀਕਾ ਚੀਨ ਦੇ ਕਦਮਾਂ ਤੋਂ ਚਿੰਤਿਤ ਹੈ। ਇਹਨਾਂ 'ਚ ਮਨੁੱਖੀ ਅਧਿਕਾਰਾਂ, ਸ਼ਿਨਜਿਆਂਗ, ਹਾਂਗਕਾਂਗ, ਦੱਖਣੀ ਚੀਨ ਸਾਗਰ ਅਤੇ ਤਾਇਵਾਨ ਨਾਲ ਜੁੜੇ ਮੁੱਦੇ ਸ਼ਾਮਲ ਹਨ। ਆਨਲਾਈਨ ਸਿਖਰ ਬੈਠਕ ਦਾ ਫੈਸਲਾ ਇਸ ਤੱਥ ਦੇ ਮੱਦੇਨਜ਼ਰ ਲਿਆ ਗਿਆ ਕਿ ਦੋਵਾਂ ਦੇਸ਼ਾਂ ਦੇ ਨੇਤਾਵਾਂ ਨੂੰ ਇਸ ਸਾਲ ਇਕੱਠੇ ਮਿਲਣ ਦਾ ਸਮਾਂ ਨਹੀਂ ਮਿਲੇਗਾ। ਇੱਕ ਸੀਨੀਅਰ ਪ੍ਰਸ਼ਾਸਨਿਕ ਅਧਿਕਾਰੀ ਦੇ ਅਨੁਸਾਰ ਸੁਲੀਵਨ ਅਤੇ ਜਾਂਗ ਨੇ ਕਈ ਮੁੱਦਿਆਂ ਤੇ ਚਰਚਾ ਕੀਤੀ ਅਤੇ ਗੱਲਬਾਤ ਚੰਗੀ ਅਤੇ ਸਪਸ਼ਟ ਰਹੀ ਅਤੇ ਲਗਭਗ 6 ਘੰਟੇ ਚੱਲੀ। CIA ਨੇ ਵੀਰਵਾਰ ਨੂੰ ਕਿਹਾ ਕਿ ਉਹ ਚੀਨ ਤੇ ਉੱਚ ਪੱਧਰੀ ਕਾਰਜਕਾਰੀ ਸਮੂਹ ਦਾ ਗਠਨ ਕਰੇਗੀ ਤਾਂ ਕਿ ਬੀਜਿੰਗ ਦੇ ਵੱਧਦੇ ਕਹਿਰ ਦਾ ਮੁਕਾਬਲਾ ਕੀਤਾ ਜਾ ਸਕੇ। CIA ਵੱਲੋਂ ਸੰਚਾਲਿਤ ਕਰੀਬ 1 ਦਰਜਨ ਮਿਸ਼ਨ ਕੇਂਦਰਾਂ 'ਚ ਵੀ ਸਮੂਹ ਹੋਵੇਗਾ ਜਿਸ ਵਿੱਚ ਚੀਨ ਦੇ ਪ੍ਰਤੀ ਰਣਨੀਤੀ ਨੂੰ ਲੈ ਕੇ ਹਰ ਹਫ਼ਤੇ ਨਿਰਦੇਸ਼ਕ ਪੱਧਰ ਦੀ ਬੈਠਕ ਹੋਵੇਗੀ। CIA ਨੇ ਐਲਾਨ ਕੀਤਾ ਹੈ ਕਿ ਉਹ ਚੀਨੀ ਭਾਸ਼ਾ ਬੋਲਣ ਵਾਲੇ ਲੋਕਾਂ ਨੂੰ ਭਰਤੀ ਕਰਨ ਦੀ ਕੋਸ਼ਿਸ਼ ਤੇਜ਼ ਕਰੇਗੀ ਅਤੇ ਇੱਕ ਹੋਰ ਮਿਸ਼ਨ ਕੇਂਦਰ ਦਾ ਨਿਰਮਾਣ ਕਰੇਗਾ ਜੋ ਉੱਭਰਦੀ ਟੈਕਨੋਲੋਜੀ ਅਤੇ ਜਲਵਾਯੂ ਪਰਿਵਰਤਨ ਅਤੇ ਗਲੋਬਲ ਸਿਹਤ ਵਰਗੇ ਮੁੱਦਿਆਂ ਤੇ ਕੇਂਦਰਿਤ ਹੋਵੇਗਾ। ਰਾਸ਼ਟਰਪਤੀ ਜੋ ਬਾਈਡਨ ਦਾ ਪ੍ਰਸ਼ਾਸਨ ਮੰਨਦਾ ਹੈ ਕਿ ਕਈ ਸੁਰੱਖਿਆ ਅਤੇ ਆਰਥਿਕ ਮੁੱਦਿਆਂ ਤੇ ਚੀਨ ਦੀ ਹਮਲਾਵਰਤਾ ਵੱਧ ਰਹੀ ਹੈ ਜਦਕਿ ਉਹ ਜਲਵਾਯੂ ਪਰਿਵਰਤਨ ਅਤੇ ਪਰਮਾਣੂ ਹਥਿਆਰਾਂ ਨਾਲ ਉੱਤਰ ਕੋਰੀਆ ਨਾਲ ਲੈਸ ਹੋਣ ਵਰਗੇ ਮੁੱਦਿਆਂ ਤੇ ਸਾਰਿਆਂ ਨੂੰ ਨਾਲ ਲੈ ਕੇ ਚੱਲਣਾ ਚਾਹੁੰਦਾ ਹੈ। ਚੀਨ ਵਿਸ਼ੇਸ਼ ਤੌਰ ਤੇ ਅਮਰੀਕਾ ਦੇ ਖੁਫੀਆ ਸਮੂਹ ਲਈ ਸਖਤ ਚੁਣੌਤੀ ਹੈ ਕਿਉਂਕਿ ਚੀਨ ਕੋਲ ਫੌਜ ਅਤੇ ਸੁਰੱਖਿਆ ਸੇਵਾ ਹੈ ਅਤੇ ਉન્નਤ ਟੈਕਨੋਲੋਜੀ ਹੈ ਜੋ ਇਸ ਦੀ ਜਾਸੂਸੀ ਦਾ ਮੁਕਾਬਲਾ ਕਰਨ 'ਚ ਸਮਰੱਥ ਹੈ। CIA ਦੇ ਨਿਰਦੇਸ਼ਕ ਵਿਲੀਅਮ ਬਰਨਸ ਨੇ ਵੀਰਵਾਰ ਨੂੰ ਬਿਆਨ ਜਾਰੀ ਕਰਕੇ ਕਿਹਾ ਕਿ ਚੀਨ ਦੀ ਸਰਕਾਰ ਨੂੰ 21ਵੀਂ ਸਦੀ ਵਿੱਚ ਸਭ ਤੋਂ ਵੱਡਾ ਭੂ-ਰਾਜਨੀਤਿਕ ਖਤਰਾ ਕਰਾਰ ਦਿੱਤਾ। ਬਰਨਸ ਨੇ ਕਿਹਾ ਪੂਰੇ ਇਤਿਹਾਸ ਵਿੱਚ CIA ਨੇ ਹਰ ਚੁਣੌਤੀ ਦਾ ਮੁਕਾਬਲਾ ਕੀਤਾ ਹੈ ਤੇ ਹੁਣ ਅਸੀਂ ਸਭ ਤੋਂ ਸਖਤ ਭੂ-ਰਾਜਨੀਤਿਕ ਪ੍ਰੀਖਣ ਦਾ ਸਾਹਮਣਾ ਕਰ ਰਹੇ ਹਨ। ਏਜੰਸੀ ਦੇ ਮੁੜ ਨਿਰਮਾਣ ਤਹਿਤ CIA ਨੇ ਈਰਾਨ ਅਤੇ ਉੱਤਰੀ ਕੋਰੀਆ ਤੇ ਮਿਸ਼ਨ ਦੇ ਕੇਂਦਰ ਨੂੰ ਮੌਜੂਦਾ ਕੇਂਦਰਾਂ 'ਚ ਸਹਿਮਤ ਕਰੇਗਾ। ਵੱਖ-ਵੱਖ ਦੇਸ਼ਾਂ ਲਈ ਮਿਸ਼ਨ ਕੇਂਦਰ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਸ਼ਾਸਨ ਦੌਰਾਨ ਬਣਾਇਆ ਗਿਆ ਸੀ। ਭਾਰਤ ਤੇ ਚੀਨ ਵਿਚਕਾਰ ਤਣਾਅ ਲਗਾਤਾਰ ਵੱਧਦਾ ਹੀ ਜਾ ਰਿਹਾ ਹੈ। ਇਸੇ ਤਰ੍ਹਾਂ ਹੁਣ ਲੱਦਾਖ ਵਿੱਚ ਨਹੀਂ ਬਲਕਿ ਅਰੁਣਾਚਲ ਪ੍ਰਦੇਸ਼ ਵਿੱਚ ਚੀਨ ਆਪਣੀ ਹਰਕਤਾਂ ਤੋਂ ਬਾਜ਼ ਨਹੀਂ ਆ ਰਿਹਾ। ਅਰੁਣਾਚਲ ਸੈਕਟਰ ਵਿੱਚ ਪਿਛਲੇ ਹਫ਼ਤੇ ਭਾਰਤੀ ਜਵਾਨਾਂ ਦੀ ਚੀਨ ਦੇ ਸੈਨਿਕਾਂ ਨਾਲ ਝੜਪ ਹੋ ਗਈ। ਸੂਤਰਾਂ ਦੇ ਹਵਾਲੇ ਤੋਂ ਇਹ ਜਾਣਕਾਰੀ ਦਿੱਤੀ ਗਈ ਹੈ।
ਪੈਟਰੋਲਿੰਗ ਦੌਰਾਨ ਸਰਹੱਦੀ ਵਿਵਾਦ ਨੂੰ ਲੈ ਕੇ ਦੋਵਾਂ ਦੇਸ਼ਾਂ ਦੇ ਸੈਨਿਕ ਆਮੋ ਸਾਹਮਣੇ ਹੋ ਗਏ ਸੀ। ਕੁਝ ਘੰਟਿਆਂ ਤੱਕ ਇਹ ਸਿਲਸਿਲਾ ਚੱਲਿਆ ਸੀ। ਇਸ ਵਿੱਚ ਭਾਰਤੀ ਜਵਾਨਾਂ ਨੂੰ ਕੋਈ ਨੁਕਸਾਨ ਨਹੀਂ ਹੋਇਆ ਅਤੇ ਪ੍ਰੋਟੋਕਾਲ ਮੁਤਾਬਕ ਗੱਲਬਾਤ ਨਾਲ ਇਹ ਵਿਵਾਦ ਸੁਲਝ ਗਿਆ। ਅਰੁਣਾਚਲ ਪ੍ਰਦੇਸ਼ ਵਿੱਚ LAC ਤੇ ਚੀਨ ਦੇ 200 ਸੈਨਿਕ ਤਿੱਬਤ ਵੱਲ ਤੋਂ ਭਾਰਤੀ ਸਰਹੱਦ ਵਿੱਚ ਵੜ ਆਏ ਸੀ, ਜਿਨ੍ਹਾਂ ਨੂੰ ਭਾਰਤੀ ਜਵਾਨਾਂ ਨੇ ਖਦੇੜ ਦਿੱਤਾ। ਕੁਝ ਚੀਨ ਦੇ ਸੈਨਿਕਾਂ ਨੂੰ ਹਿਰਾਸਤ ਵਿੱਚ ਲਏ ਜਾਣ ਦੀ ਵੀ ਖਬਰ ਹੈ। ਇਸ ਤੋਂ ਪਹਿਲਾਂ ਵੀ ਲੱਦਾਖ ਵਿੱਚ ਚੀਨ ਦੀ ਘੁਸਪੈਠ ਅਤੇ ਭਾਰਤੀ ਜਵਾਨਾਂ ਨਾਲ ਝੜਪ ਦੀਆਂ ਖਬਰਾਂ ਆਉਂਦੀਆਂ ਰਹਿੰਦੀਆਂ ਹਨ, ਲੇਕਿਨ ਅਰੁਣਾਚਲ ਪ੍ਰਦੇਸ਼ ਵਿੱਚ ਝੜਪ ਦੀ ਖਬਰ ਕਾਫੀ ਸਮੇਂ ਬਾਅਦ ਆਈ। ਇਸ ਤੋਂ ਜ਼ਾਹਿਰ ਹੈ ਕਿ ਚੀਨ ਨੇ ਅਰੁਣਾਚਲ ਵਿੱਚ ਮੁੜ ਤੋਂ ਆਪਣੀ ਸਰਗਰਮੀਆਂ ਵਧਾ ਦਿੱਤੀਆਂ। ਪਿਛਲੇ ਦਿਨੀ ਖਬਰ ਆਈ ਸੀ ਕਿ ਚੀਨ ਦੇ 100 ਸੈਨਿਕਾਂ ਨੇ 30 ਅਗਸਤ ਨੂੰ ਉੱਤਰਾਖੰਡ ਦੇ ਬਾਰਾਹੋਤੀ ਸੈਕਟਰ ਵਿੱਚ ਘੁਸਪੈਠ ਕੀਤੀ ਅਤੇ 3 ਘੰਟੇ ਉੱਥੇ ਰਹਿਣ ਤੋਂ ਬਾਅਦ ਪਰਤ ਗਏ। ਰਿਪੋਰਟਾਂ ਮੁਤਾਬਕ ਘੋੜਿਆਂ ਤੇ ਆਏ ਚੀਨੀ ਸੈਨਿਕਾਂ ਨੇ ਭਾਰਤੀ ਸਰਹੱਦ ਵਿੱਚ ਵੜ ਕੇ ਭੰਨਤੋੜ ਕੀਤੀ ਅਤੇ ਪਰਤਣ ਤੋਂ ਪਹਿਲਾਂ ਇੱਕ ਪੁਲ ਵੀ ਤੋੜ ਦਿੱਤਾ ਸੀ। ਤੁਹਾਨੂੰ ਦੱਸ ਦਈਏ ਕਿ ਇਹ ਉਹੀ ਇਲਾਕਾ ਹੈ ਜਿੱਥੇ ਚੀਨ ਨੇ 1962 ਦੀ ਜੰਗ ਤੋਂ ਪਹਿਲਾਂ ਵੀ ਘੁਸਪੈਠ ਕੀਤੀ ਸੀ। ਅਮਰੀਕਾ ਵਿੱਚ ਕੋਰੋਨਾ ਵਾਇਰਸ ਮਹਾਮਾਰੀ ਕਾਰਨ ਮਰਨ ਵਾਲੇ ਨਾਗਰਿਕਾਂ ਦੀ ਗਿਣਤੀ 7 ਲੱਖ ਤੋਂ ਪਾਰ ਹੋ ਗਈ ਹੈ। ਆਮ ਲੋਕਾਂ ਅਤੇ ਹੋਰ ਕਾਰੋਬਾਰਾਂ ਮਹਿਕਮਿਆਂ ਦੇ ਨਾਲ ਸੈਂਕੜੇ ਪੁਲਿਸ ਅਧਿਕਾਰੀ ਵੀ ਕੋਰੋਨਾ ਵਾਇਰਸ ਮਹਾਮਾਰੀ ਕਾਰਨ ਆਪਣੀ ਜਾਨ ਗਵਾ ਚੁੱਕੇ ਨੇ। ਇਸ ਸੰਬੰਧੀ ਅੰਕੜਿਆਂ ਅਨੁਸਾਰ ਕੋਰੋਨਾ ਮਹਾਮਾਰੀ ਨੇ ਦੇਸ਼ ਭਰ ਦੇ ਪੁਲਿਸ ਵਿਭਾਗਾਂ ਤੇ ਵਿਨਾਸ਼ਕਾਰੀ ਪ੍ਰਭਾਵ ਪਾਇਆ। ਪੁਲਿਸ ਦੇ ਫਰਟਰਨਲ ਆਰਡਰ ਦੇ ਅਨੁਸਾਰ ਮਾਰਚ 2020 ਤੋਂ ਹੁਣ ਤੱਕ ਤਕਰੀਬਨ 716 ਪੁਲਿਸ ਅਫਸਰਾਂ ਦੀ ਮੌਤ ਕੋਰੋਨਾ ਕਾਰਨ ਹੋ ਚੁੱਕੀ ਹੈ। ਇਸ ਦੇ ਬਾਵਜੂਦ ਵੀ ਅਜੇ ਤੱਕ ਕੁਝ ਪੁਲਿਸ ਅਧਿਕਾਰੀਆਂ ਵਿੱਚ ਕੋਰੋਨਾ ਟੀਕਾਕਰਨ ਕਰਵਾਉਣ ਲਈ ਝਿਜਕ ਹੈ। ਪੁਲਿਸ ਵਿਭਾਗ ਦੇ ਅਨੁਸਾਰ ਮੈਫਿਸ ਅਤੇ ਲੂਇਸਵਿਲੇ ਵਿੱਚ ਸਿਰਫ 47% ਅਧਿਕਾਰੀਆਂ ਨੂੰ ਟੀਕਾ ਲਗਾਇਆ ਗਿਆ, ਜਦਕਿ ਫਿਲਾਡੇਲਫੀਆ ਵਿੱਚ ਪੁਲਿਸ ਵਿਭਾਗ ਦੇ ਸਿਰਫ 13% ਕਰਮਚਾਰੀਆਂ ਨੇ ਟੀਕਾਕਰਨ ਦੇ ਸਬੂਤ ਮੁਹੱਈਆ ਕਰਵਾਏ ਹਨ। ਪੁਲਿਸ ਅਧਿਕਾਰੀਆਂ ਦੇ ਇਲਾਵਾ ਬਹੁਤ ਸਾਰੇ ਫਾਇਰ ਫਾਈਟਰ ਵੀ ਵੈਕਸੀਨ ਆਦੇਸ਼ ਦੀ ਪਾਲਣਾ ਕਰਨ ਤੋਂ ਇਨਕਾਰ ਕਰ ਰਹੇ ਨੇ। ਕੁਝ ਮਾਮਲਿਆਂ ਵਿੱਚ ਪੁਲਿਸ ਅਧਿਕਾਰੀ ਅਤੇ ਫਾਇਰ ਫਾਈਟਰਸ ਕਹਿ ਰਹੇ ਹਨ ਕਿ ਉਹਨਾਂ ਦੇ ਕੈਰੀਅਰ ਵਿੱਚ ਵੈਕਸੀਨ ਸੰਬੰਧੀ ਫੈਸਲਾ ਲੈਣਾ ਸਭ ਤੋਂ ਮੁਸ਼ਕਿਲ ਹੈ। ਕੋਰੋਨਾ ਵਾਇਰਸ ਮਹਾਮਾਰੀ ਨੇ ਦੁਨੀਆ ਭਰ ਵਿੱਚ ਲੱਖਾਂ ਗਿਣਤੀ ਵਿੱਚ ਬੱਚਿਆਂ ਨੂੰ ਅਨਾਥ ਕਰ ਦਿੱਤਾ। ਦੁਨੀਆ ਦੇ ਸਭ ਤੋਂ ਤਾਕਤਵਰ ਦੇਸ਼ਾਂ ਦਾ ਹਾਲ ਵੀ ਬੁਰਾ ਹੈ। ਇੱਕ ਨਵੇਂ ਅਧਿਐਨ ਮੁਤਾਬਕ ਕੋਰੋਨਾ ਦੇ ਕਾਰਨ ਅਮਰੀਕਾ ਵਿੱਚ ਲਗਭਗ 1.5 ਲੱਖ ਬੱਚੇ ਅਨਾਥ ਹੋਏ। ਮੈਡੀਕਲ ਜਰਨਲ ਵਿੱਚ ਪ੍ਰਕਾਸ਼ਿਤ ਲੇਖ ਦੇ ਅਨੁਸਾਰ ਅਨਾਥ ਹੋਏ ਬੱਚੇ ਜ਼ਿਆਦਾਤਰ ਗੈਰ ਗੋਰੇ ਅਤੇ ਹਿਸਪੈਨਿਕ ਭਾਈਚਾਰੇ ਦੇ ਹਨ। ਇਸ ਅਧਿਐਨ ਮੁਤਾਬਕ ਕੋਵਿਡ-19 ਮਹਾਮਾਰੀ ਦੌਰਾਨ ਅਨਾਥ ਹੋਏ ਅਮਰੀਕੀ ਬੱਚਿਆਂ ਦੀ ਗਿਣਤੀ ਪਹਿਲਾਂ ਦੇ ਅਨੁਮਾਨ ਤੋਂ ਜ਼ਿਆਦਾ ਹੋ ਸਕਦੀ ਹੈ। ਅਧਿਕਾਰੀਆਂ ਦਾ ਕਹਿਣਾ ਹੈ ਕਿ ਕੋਰੋਨਾ ਕਾਲ ਦੌਰਾਨ ਅਮਰੀਕਾ ਦੇ ਯਤੀਮਖਾਨਿਆਂ ਵਿੱਚ ਬੱਚਿਆਂ ਵਿੱਚ 15% ਦਾ ਵਾਧਾ ਦਰਜ ਕੀਤਾ ਗਿਆ। ਕੈਲੀਫੋਰਨੀਆ ਵਿੱਚ ਸਭ ਤੋਂ ਜ਼ਿਆਦਾ ਬੱਚੇ ਕੋਰੋਨਾ ਦੇ ਕਾਰਨ ਅਨਾਥ ਹੋਏ ਹਨ। ਦੂਜੇ ਨੰਬਰ ਤੇ ਮਿਸੀਸਿਪੀ ਹੈ। ਮੈਡੀਕਲ ਜਰਨਲ ਪੀਡੀਆਟ੍ਰਿਕਸ ਦੁਆਰਾ ਪ੍ਰਕਾਸ਼ਿਤ ਅਧਿਐਨ ਦੇ ਅਨੁਸਾਰ ਕੋਰੋਨਾ ਮਹਾਮਾਰੀ ਦੌਰਾਨ ਮੁੱਢਲੀ ਦੇਖਭਾਲ ਕਰਨ ਵਾਲੇ ਅੱਧੇ ਤੋਂ ਜ਼ਿਆਦਾ ਬੱਚੇ ਉਹਨਾਂ ਦੋ ਨਸਲੀ ਸਮੂਹਾਂ ਦੇ ਸੀ ਜੋ ਅਮਰੀਕਾ ਦੀ ਆਬਾਦੀ ਦਾ ਲਗਭਗ 40% ਹਨ। ਅਧਿਐਨ ਵਿੱਚ ਦੇਖਿਆ ਗਿਆ ਹੈ ਕਿ ਲਗਭਗ 19 ਮਹੀਨੇ ਦੇ ਕੋਵਿਡ-19 ਮਹਾਮਾਰੀ ਦੇ 15 ਮਹੀਨਿਆਂ ਦੌਰਾਨ 1,20,000 ਤੋਂ ਜ਼ਿਆਦਾ ਅਮਰੀਕੀ ਬੱਚਿਆਂ ਨੇ ਆਪਣੇ ਮਾਪਿਆਂ ਜਾਂ ਦਾਦਾ-ਦਾਦੀ ਨੂੰ ਖੋ ਦਿੱਤਾ, ਜੋ ਵਿੱਤੀ ਸਹਾਇਤਾ ਅਤੇ ਦੇਖਭਾਲ ਦੇ ਮੁੱਢਲੇ ਪ੍ਰਦਾਤਾ ਸੀ। ਹੋਰ 22,000 ਬੱਚਿਆਂ ਨੇ ਇੱਕ ਮਧਮਿਕ ਦੇਖਭਾਲਕਰਤਾ ਦੀ ਮੌਤ ਦਾ ਅਨੁਭਵ ਕੀਤਾ। ਉਦਾਹਰਣ ਲਈ ਇੱਕ ਦਾਦਾ-ਦਾਦੀ ਜਿਸ ਨੇ ਰਿਹਾਇਸ਼ ਪ੍ਰਦਾਨ ਕੀਤੀ ਲੇਕਿਨ ਬੱਚੇ ਦੀ ਹੋਰ ਬੁਨਿਆਦੀ ਜ਼ਰੂਰਤ ਨੂੰ ਨਹੀਂ। ਅਮਰੀਕਾ ਵਿੱਚ ਆਏ ਕਈ ਮਾਮਲਿਆਂ ਵਿੱਚ ਜਿਉਂਦੇ ਮਾਪੇ ਜਾਂ ਹੋਰ ਰਿਸ਼ਤੇਦਾਰ ਇਹਨਾਂ ਬੱਚਿਆਂ ਨੂੰ ਲੈਣ ਦੇ ਲਈ ਆਏ, ਲੇਕਿਨ ਸ਼ੋਧਕਰਤਾਵਾਂ ਨੇ ਆਪਣੇ ਅਧਿਐਨ ਵਿੱਚ ਅਨਾਥ ਸ਼ਬਦ ਦਾ ਇਸਤੇਮਾਲ ਕੀਤਾ ਕਿਉਂਕਿ ਉਹਨਾਂ ਨੇ ਅਨੁਮਾਨ ਲਾਉਣ ਦੀ ਕੋਸ਼ਿਸ਼ ਕੀਤੀ ਕਿ ਕਿੰਨੇ ਬੱਚਿਆਂ ਦੇ ਜੀਵਨ ਵਿੱਚ ਵਾਧਾ ਹੋਇਆ ਸੀ। ਸ਼ੋਧਕਰਤਾਵਾਂ ਦਾ ਅਨੁਮਾਨ ਹੈ ਕਿ ਕੋਵਿਡ-19 ਨੇ ਅਨਾਥ ਬੱਚਿਆਂ ਵਿੱਚ 15% ਦਾ ਵਾਧਾ ਕੀਤਾ ਹੈ। ਫਾਈਜ਼ਰ ਕੰਪਨੀ ਨੇ ਅਮਰੀਕੀ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਉਹ 5 ਤੋਂ 11 ਸਾਲ ਦੇ ਬੱਚਿਆਂ ਨੂੰ ਕੰਪਨੀ ਦਾ ਕੋਵਿਡ-19 ਟੀਕਾ ਲਗਾਉਣ ਦੀ ਇਜਾਜ਼ਤ ਦੇਣ। ਜੇਕਰ ਅਮਰੀਕੀ ਰੈਗੂਲੇਟਰ ਤੋਂ ਇਸ ਦੀ ਆਗਿਆ ਮਿਲ ਜਾਂਦੀ ਹੈ ਤਾਂ ਟੀਕਾਕਰਨ ਕੁਝ ਹੀ ਹਫ਼ਤੇ ਵਿੱਚ ਸ਼ੁਰੂ ਹੋ ਸਕਦਾ ਹੈ। तमाम माता-पिता ਤੇ ਬਾਲ ਗੌਰ ਮਾਹਿਰ 12 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਦੀ ਸੁਰੱਖਿਆ ਨੂੰ ਲੈ ਕੇ ਚਿੰਤਤ ਹਨ। ਫਿਲਹਾਲ ਫਾਈਜ਼ਰ ਅਤੇ ਉਸ ਦੀ ਜਰਮਨ ਸਹਿਯੋਗੀ ਬਾਇਓਟੈਕ ਦਾ ਟੀਕਾ 12 ਸਾਲ ਤੋਂ ਜ਼ਿਆਦਾ ਉਮਰ ਵਰਗ ਦੇ ਬੱਚਿਆਂ ਅਤੇ ਬਾਲਗਾਂ ਨੂੰ ਲਗਾਇਆ ਜਾ ਰਿਹਾ ਹੈ। ਕਦੇ-ਕਦੇ ਬੱਚੇ ਨਾ ਸਿਰਫ ਗੰਭੀਰ ਰੂਪ ਨਾਲ ਬਿਮਾਰ ਹੋ ਸਕਦੇ ਹਨ, ਸਗੋਂ ਘੱਟ ਟੀਕਾਕਰਨ ਵਾਲੇ ਖੇਤਰਾਂ 'ਚ ਕੋਰਾ ਵਾਇਰਸ ਇਨਫੈਕਸ਼ਨ ਦੇ ਖਤਰੇ ਦਰਮਿਆਨ ਉਹਨਾਂ ਨੂੰ ਸਕੂਲ ਭੇਜਣਾ ਵੀ ਖਤਰਨਾਕ ਹੋ ਸਕਦਾ ਹੈ। ਫਾਈਜ਼ਰ ਨੇ ਟਵੀਟ ਕੀਤਾ ਹੈ ਕਿ ਉਸਨੇ ਆਖਰਕਾਰ ਟੀਕੇ ਦੀ ਮਨਜ਼ੂਰੀ ਲਈ ਅਮਰੀਕਾ ਦੇ ਫੂਡ ਐਂਡ ਡਰੱਗ ਐਡਮਿਨਿਸਟ੍ਰੇਸ਼ਨ ਨੂੰ ਅਰਜ਼ੀ ਦਿੱਤੀ ਹੈ। ਹੁਣ ਇਸ ਸੰਬੰਧ ਵਿੱਚ FDA ਨੂੰ ਫੈਸਲਾ ਕਰਨਾ ਹੈ ਕਿ ਕੀ ਟੀਕੇ ਦੇ ਸੁਰੱਖਿਅਤ ਹੋਣ ਅਤੇ ਬੱਚਿਆਂ ਤੇ ਉਸਦੇ ਪ੍ਰਭਾਵੀ ਹੋਣ ਦੇ ਸੰਬੰਧਿਤ ਭਰਪੂਰ ਸਬੂਤ ਹਨ। ਮਾਇਰਾਂ ਨੇ ਇੱਕ ਸੁਤੰਤਰ ਪੈਨਲ 26 ਅਕਤੂਬਰ ਨੂੰ ਸਾਰੇ ਸਬੂਤਾਂ ਤੇ ਜਨਤਕ ਬਹਿਸ ਕਰਨਗੇ।
विश्व सेहत संगठन इस गल ਨੂੰ ਲੈ ਕੇ ਕਾਫੀ ਚਿੰਤਤ ਹੈ ਕਿ ਕੋਵਿਡ-19 ਰੋਕੂ ਟੀਕੇ ਜੋ ਪ੍ਰਭਾਵੀ ਸਾਬਤ ਹੋਏ ਹਨ ਅਤੇ ਜਿਨ੍ਹਾਂ ਨੂੰ ਐਮਰਜੈਂਸੀ ਵਰਤੋਂ ਲਈ ਗਲੋਬਲ ਸਿਹਤ ਸੰਸਥਾ ਮਨਜ਼ੂਰੀ ਦਿੱਤੀ ਗਈ ਹੈ ਉਹਨਾਂ ਨੂੰ ਸਾਰੇ ਦੇਸ਼ਾਂ ਵਿੱਚ ਮਾਨਤਾ ਨਹੀਂ ਦਿੱਤੀ ਜਾ ਰਹੀ। ਇੱਕ ਅਧਿਕਾਰੀ ਨੇ ਵੀਰਵਾਰ ਨੂੰ ਇਹ ਜਾਣਕਾਰੀ ਦਿੱਤੀ। WHO ਦੇ ਡਾਇਰੈਕਟਰ ਜਨਰਲ ਟੇਡਰੋਸ ਅਧਨੋਮ ਦੇ ਸੀਨੀਅਰ ਸਲਾਹਕਾਰ ਬਰੂਸ ਆਲਵਰਡ ਨੇ ਪ੍ਰੈਸ ਬਰੀਫਿੰਗ ਨੂੰ ਸੰਬੋਧਿਤ ਕਰਦੇ ਹੋਏ ਕਿਹਾ कि संगठन फिर तो सारे देशों तो प्रभावी और सुरक्षित साबित होने वाले टीकियां की मानता यकीनी करने की अपील करता है जो WHO एमरजेंसी वरतों सूची मापदंडों को पूरा करते हैं। उन्होंने कहा कि अंतरराष्ट्रीय यात्रा लिए टीकियां को मानता दिए जाने के महत्व से WHO हुण भी काफ़ी चिंतित है कि प्रभावी साबित हुए टीकियां WHO ने एमरजेंसी वरतों सूची प्रक्रिया राही मंजूरी प्रदान कर दी है पर उन्होंने सारे देशों च मानता नहीं दी जा रही। एस्ट्राजेनेका वालों विकसित कोविशील्ड टीका का भारत में पुणे स्थित सीरम इंस्टीट्यूट ऑफ इंडिया वालों उत्पादन किया जा रहा। भारत के करीब 100 देशों को टीके दियां 6.6 करोड़ तो ज़्यादा खुराकों का निर्यात किया है। ब्रिटेन ने शुरू च कोविशील्ड को मानता देने तो इनकार कर दिता सी पर भारत की सख्त आलोचना तो बाद ब्रिटेन ने 22 सितंबर को अपने नवे हुक्म में सोध की टीके को शामिल किया। अमेरिका की प्रमुख बैंक ऑफ अमेरिका ने अपने कर्मचारियों की प्रति घंटा तनख्वाह में वाधा किया। बैंक ऑफ अमेरिका कॉरपोरेशन ने बुधवार को जानकारी दिंदियां दस्सिया कि बैंक ने अपने US कर्मचारियों की घट्टो घट्ट प्रति घंटा तनख्वाह वधा के $21 कर दी है। इस तो इलावा बैंक 2025 तक तनख्वाह को $25 प्रति घंटा बढ़ाने के अपने वादे को पूरा करने लई काम कर रही है। बैंक ऑफ अमेरिका ने मई में अपने US कर्मचारियों लिए घट्टो घट्ट तनख्वाह बढ़ाने दी योजनावां का खुलासा किया। इस दे नाल ही बैंक ने अपने वेंडर्स को भी घट्टो घट्ट उजरत $15 प्रति घंटा निर्धारित करने लई कहा है। इस तो पहला पिछले 4 सालों में बैंक ऑफ अमेरिका ने घट्टो घट्ट प्रति घंटे की तनख्वाह $15 तो बढ़ा के $20 तक की है। बैंक द्वारा तनख्वाह में वाधे का अमेरिका में इसके तकरीबन 1,74,000 कर्मचारियों को फायदा होएगा। अमेरिका 100 के करीब महिला सैनिकों का उन्होंने सेवावां लई सन्मान किया गया। इस सन्मान लई महिला सैनिकों के समूह को राजधानी वाशिंगटन DC की यात्रा करवाई गई है। इस सन्मान लई अमेरिकी संस्थावां ऑपरेशन हर स्टोरी और ऑनर फ्लाइट शिकागो ने 93 साबका महिला सैनिकों को उन्होंने सेवा का सन्मान करने लई मुफ्त विच देश की राजधानी की यात्रा करवाई। अपनी यात्रा दौरान इन्हां महिलावां ने कैपिटल विच वख-वख स्थानां स्मारकों को वेख के अपनी यादां ताज़ा कीतियां। इस दौरान एक साबका लेफ्टिनेंट जोइस टैरी ने जिसने नेवी और एयरफोर्स में सेवा निभाई सी वो देश की सेवा करने वाली औरतों की संगत करके बहुत खुशी महसूस कर रही है। उस अनुसार साबका महिला सैनिकों लिए ये यात्रा बहुत सम्मानजनक है। इस महिला सैनिक के अलावा होर महिलावां जिन्हां ने अपनी जिंदगी में अजे तक राजधानी विचले कुछ स्मारक नहीं देखे सन इस यात्रा नाल अणदिखे स्मारकों को वेख के सच्ची खुशी प्रगट की। कैनेडा के प्रधानमंत्री जस्टिन ट्रूडो ने कहा कि मूल बशिंदियां नाल संबंधित पहले सोग दिहाड़े मौके सैर सपाटे लिए जाना एक वड्डी गलती सी अते उसनूं इस गल का बेहद अफसोस है। हालांकि जस्टिन ट्रूडो इस मामले ते पहला मुआफ़ी मांग चुके ने पर मीडिया नाल गलबात दौरान उन्होंने मुड़ मुआफ़ी मंगदियां वादा किया कि वो जल्द ही मूल बशिंदियां नाल मुलाकात करन जाणगे। जस्टिन ट्रूडो ने ट्रुथ एंड रिकॉन्सिलाइजेशन दिहाड़े को हर कनेडियन लिए अहम करार दिता। दस दिए कि ट्रूडो वालों 29 सितंबर की रात ओटावा विखे एक समागम च शमूलियत जरूरी की गई पर 30 दिसंबर को पहले ट्रुथ एंड रिकॉन्सिलेशन दिहाड़े मौके परिवार समेत छुट्टियां मनाउण BC के टॉफीन चले गए। इस लापरवाही लिए ट्रूडो को तीखी नुकताचीनी का सामना करना पिया ते आखिर मुआफ़ी ते आके गल निपड़ी। लंघे बुधवार तो पै रही माहौलेदार बारिश कारण अलबामा के कुछ हिस्सों में आए हड़ कारण एक 4 साल की बच्ची समेत 4 व्यक्ति मारे गए। सुरक्षा अमला बचाव ते राहत कार्यां विच लग गया। 2 मौतां उत्तरी अलबामा की मार्शल काउंटी विच होईयां जिथे अराब शहर विच एक बच्ची की लाश बरामद हुई है ते एक 18 साल औरत लगदे यूनियन ग्रोव खेतर विच हड़ दे पानी विच मृतक हालत विच मिली। इस तो इलावा केंद्री अलाबामा विच एक 23 साल व्यक्ति 23 साल औरत अते उस वेले मारे गए जदों उन्हां दी कार जिस विच उस सवार सन हड़ दा पानी रोड़ के लै गया। ब्राजील के फुटबॉल खिडारी विलियम रिबेरो वल्लों सिर विच किक मारन दे सिट्टे वजों रैफरी बेहोश होकर जमीन उपर डिग पिया ते उसनूं एंबूलेंस विच पा के हस्पताल लिजाया गया। विलियम रिबेरो विरुद्ध हत्या की कोशिश के दोषां तहत मामला दर्ज किया गया।
ਵੈਂਸੀਓ ਏਅਰਸ ਦੇ ਪੁਲਿਸ ਮੁਖੀ ਨੇ ਫੋਨ ਉੱਪਰ ਗੱਲਬਾਤ ਕਰਦਾ ਇੱਕ ਨਿਊਜ਼ ਚੈਨਲ ਨੂੰ ਦੱਸਿਆ ਕਿ ਵਿਲੀਅਮ ਰੀਬਰੋ ਨੂੰ ਸੁਰੱਖਿਆ ਦੇ ਮੱਦੇਨਜ਼ਰ ਤੁਰੰਤ ਹਿਰਾਸਤ ਵਿੱਚ ਲੈ ਲਿਆ ਗਿਆ ਸੀ, ਪਰ ਇੱਕ ਦਿਨ ਬਾਅਦ ਉਸ ਨੂੰ ਛੱਡ ਦਿੱਤਾ ਗਿਆ। ਉਸ ਵਿਰੁੱਧ ਹੱਤਿਆ ਦੀ ਕੋਸ਼ਿਸ਼ ਦੇ ਦੋਸ਼ਾਂ ਤਹਿਤ ਮੁਕੱਦਮਾ ਚੱਲੇਗਾ। ਪਛੜ ਕੇ ਮਿਲੀ ਜਾਣਕਾਰੀ ਅਨੁਸਾਰ ਲੱਗੇ ਸੋਮਵਾਰ ਬ੍ਰਾਜ਼ੀਲ ਦੇ ਦੱਖਣੀ ਰੀਓ ਡੋ ਸੂਲ ਰਾਜ ਵਿੱਚ ਵੈਨਾਸੀਓ ਏਅਰ ਵਿਖੇ ਸਪੋਰਟਸ ਕਲੱਬ ਸਾਓ ਪੋਲੋ ਤੇ ਗੁਰਾਨੀ ਆਰਐਸ ਵਿਚਾਲੇ ਫੁੱਟਬਾਲ ਮੈਚ ਖੇਡਿਆ ਜਾ ਰਿਹਾ ਸੀ। ਮੈਚ ਦਾ ਪਹਿਲਾ ਅੱਧ ਬਿਨਾਂ ਕਿਸੇ ਰੁਕਾਵਟ ਜਾਂ ਘਟਨਾ ਦੇ ਖੇਡਿਆ ਗਿਆ। ਦੂਸਰੇ ਅੱਧ ਦੀ ਸ਼ੁਰੂਆਤ ਵੇਲੇ ਹੀ ਰੀਬਰੋ, ਜੋ ਸਪੋਰਟ ਕਲੱਬ ਸਾਓ ਪੋਲੋ ਵੱਲੋਂ ਖੇਡ ਰਿਹਾ ਸੀ, ਨੇ ਰੈਫਰੀ ਕ੍ਰਾਈਲ ਵਲਾਰੋ ਉੱਪਰ ਹਮਲਾ ਕਰ ਦਿੱਤਾ। ਕੋਚ ਦੇ ਸਿਰ ਵਿੱਚ ਜ਼ੋਰਦਾਰ ਕਿੱਕ ਵੱਜਣ ਉਪਰੰਤ ਉਹ ਬੇਹੋਸ਼ ਹੋ ਗਿਆ ਤੇ ਉਸ ਨੂੰ ਤੁਰੰਤ ਐਂਬੂਲੈਂਸ ਰਾਹੀਂ ਹਸਪਤਾਲ ਪਹੁੰਚਾਇਆ ਗਿਆ, ਜਿੱਥੇ ਉਸਨੇ ਹੋਸ਼ ਆਉਣ ਉਪਰੰਤ ਕਿਹਾ ਕਿ ਮੈਨੂੰ ਪਤਾ ਅਸਲ ਵਿੱਚ ਕੀ ਹੋਇਆ। ਮੇਰੇ ਸਾਥੀ ਰੈਫਰੀ ਨੇ ਦੱਸਿਆ ਕਿ ਮੈਂ ਰੀਬਰੋ ਨੂੰ ਪੀਲਾ ਕਾਰਡ ਵਿਖਾਇਆ ਸੀ, ਜਿਸ ਤੋਂ ਉਤੇਜਿਤ ਹੋ ਕੇ ਉਸਨੇ ਮੇਰੇ ਚਿਹਰੇ ਉੱਪਰ ਕਿੱਕ ਮਾਰੀ। ਭਾਰਤੀ ਮੂਲ ਦੀ 6 ਸਾਲ ਦੀ ਅਲੀਸ਼ਾ ਗਾਦੀਆ ਨੂੰ ਜੰਗਲਾਂ ਦੀ ਕਟਾਈ ਅਤੇ ਜਲਵਾਯੂ ਪਰਿਵਰਤਨ ਬਾਰੇ ਜਾਗਰੂਕਤਾ ਫੈਲਾਉਣ ਦੀਆਂ ਆਪਣੀਆਂ ਮੁਹਿੰਮਾਂ ਲਈ ਵੀਰਵਾਰ ਨੂੰ ਬ੍ਰਿਟਿਸ਼ ਪ੍ਰਧਾਨ ਮੰਤਰੀ ਬੋਰਿਸ ਜੌਨਸਨ ਦਾ ਪੁਆਇੰਟ ਆਫ ਫਲਾਈਟ ਅਵਾਰਡ ਦਿੱਤਾ ਗਿਆ। ਅਲੀਸ਼ਾ ਇੱਕ ਜਲਵਾਯੂ ਕਾਰਕੁਨ ਹੈ ਤੇ ਬ੍ਰਿਟੇਨ ਦੀ ਐਨਜੀਓ ਕੂਲ ਅਰਥ ਦੀ ਮਿਲੀ ਅੰਬੈਸਡਰ ਹੈ। ਉਸਨੇ ਆਪਣੇ ਪ੍ਰਚਾਰ ਜਰੀਏ ਐਨਜੀਓ ਲਈ 3000 ਪਾਉਂਡ ਇਕੱਠੇ ਕੀਤੇ। ਮੱਧ ਇੰਗਲੈਂਡ ਦੇ ਨਾਟਿੰਘਮਸ਼ਾਇਰ ਦੇ ਵੈਸਟ ਬ੍ਰਿਸਫੋਰਡ ਦੀ ਰਹਿਣ ਵਾਲੀ ਅਲੀਸ਼ਾ ਨੇ ਆਪਣੇ ਸਕੂਲ ਵਿੱਚ ਇੱਕ ਵਿਸ਼ੇਸ਼ ਜਲਵਾਯੂ ਪਰਿਵਰਤਨ ਕਲੱਬ ਵੀ ਬਣਾਇਆ ਹੈ। ਇਸ ਵਿੱਚ ਉਹ ਬੱਚਿਆਂ ਅਤੇ ਉਹਨਾਂ ਦੇ ਮਾਪਿਆਂ ਨੂੰ ਜਲਵਾਯੂ ਦੀ ਦੇਖਭਾਲ, ਕੂੜਾ ਚੁੱਕਣ ਅਤੇ ਪੌਦੇ ਲਗਾਉਣ ਜਿਹੇ ਕੰਮ ਲਈ ਉਤਸ਼ਾਹਿਤ ਕਰਦੀ ਹੈ। ਅਲੀਸ਼ਾ ਕਹਿੰਦੀ ਹੈ ਕਿ ਇਸ ਅਵਾਰਡ ਨੂੰ ਲੈ ਕੇ ਉਹ ਬਹੁਤ ਉਤਸ਼ਾਹਿਤ ਅਤੇ ਖੁਸ਼ ਹੈ। ਪੀਐਮ ਬੋਰਿਸ ਜੌਨਸਨ ਨੇ ਇਸ ਲਈ ਮੈਨੂੰ ਚੁਣਿਆ ਤੇ ਇੱਕ ਪੱਤਰ ਵੀ ਲਿਖਿਆ, ਇਸ ਲਈ ਮੈਂ ਬਹੁਤ ਧੰਨਵਾਦੀ ਹਾਂ। ਮੈਂ ਕਦੇ ਸੋਚਿਆ ਨਹੀਂ ਸੀ ਕਿ ਅਵਾਰਡ ਮਿਲੇਗਾ। ਮੇਰਾ ਸਮਰਥਨ ਕਰਨ ਵਾਲੇ ਸਾਰੇ ਲੋਕਾਂ ਦਾ ਧੰਨਵਾਦ। ਰਸ਼ਕਲਿਫ ਲਈ ਕੰਜ਼ਰਵੇਟਿਵ ਸੰਸਦ ਮੈਂਬਰ ਰੂਥ ਐਡਵਰਡਸ ਨੇ ਕਿਹਾ ਕਿ ਉਹ ਇਹ ਸੁਣ ਕੇ ਖੁਸ਼ ਹਨ ਕਿ ਅਲੀਸ਼ਾ ਨੂੰ ਉਹਨਾਂ ਦੇ ਅਦਭੁਤ ਕੰਮ ਲਈ ਵਰਖਾ ਵਣਾਂ ਦੀ ਸੁਰੱਖਿਆ ਅਤੇ ਜਲਵਾਯੂ ਪਰਿਵਰਤਨ ਜਾਗਰੂਕਤਾ ਵਧਾਉਣ ਲਈ ਮਾਨਤਾ ਮਿਲੀ ਹੈ। ਉਹਨਾਂ ਮੁਤਾਬਕ ਮੈਨੂੰ ਲੱਗਦਾ ਹੈ ਕਿ ਉਹ ਇੱਕ ਮਹਾਨ ਉਦਾਹਰਣ ਕਾਇਮ ਕਰ ਰਹੀ ਹੈ ਕਿ ਅਸੀਂ ਸਾਰੇ ਆਪਣੇ ਵਾਤਾਵਰਣ ਦੀ ਸਹਾਇਤਾ ਲਈ ਕੀ ਕਰ ਸਕਦੇ ਹਾਂ। ਉਹ ਅਸਲ ਵਿੱਚ ਇਸ ਪੁਰਸਕਾਰ ਦੇ ਲਾਇਕ ਹੈ। ਬਾਲ ਜਲਵਾਯੂ ਕਾਰਕੁਨ ਦੇ ਮਾਪਿਆਂ ਕਿਰਨ ਅਤੇ ਪੂਜਾ ਨੇ ਕਿਹਾ ਕਿ ਉਹਨਾਂ ਨੂੰ ਆਪਣੀ ਧੀ ਤੇ ਬਹੁਤ ਮਾਣ ਹੈ। ਇਹ ਸਨ ਹੁਣ ਤੱਕ ਦੀਆਂ ਖਬਰਾਂ। ਮੈਨੂੰ ਬਰਨ ਕੌਰ ਮਾਨ ਨੂੰ ਦਿਓ ਗਿਆ। ਹੋਰ ਖਬਰਾਂ ਦੇ ਲਈ ਸਾਡਾ YouTube ਚੈਨਲ ਪੰਜਾਬ ਮੇਲ USA TV ਜ਼ਰੂਰ ਸਬਸਕ੍ਰਾਈਬ ਕਰੋ। ਸਤਿ ਸ਼੍ਰੀ ਅਕਾਲ।